बाप बेटा ਅਤੇ रूह पाक ਦੇ ਨਾਮ ਤੇ ਆਮੀਨ। ਪ੍ਰਭੂ ਯਿਸੂ ਮਸੀਹ ਦੇ ਵਿੱਚ ਮੇਰੇ ਬਹੁਤ ਪਿਆਰੇ ਭਰਾਓ ਭੈਣੋ ਅਤੇ ਬੱਚਿਓ, ਸਾਰਿਆਂ ਨੂੰ ਇੱਕ ਵਾਰ ਫਿਰ ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਜੈ ਯਿਸੂ ਮਸੀਹ ਦੀ। ਅੱਜ ਇੱਕ ਵਾਰ ਫਿਰ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਪ੍ਰਾਰਥਨਾ ਭਵਨ ਟੀਵੀ ਚੈਨਲ ਦੇ ਰਾਹੀਂ ਪ੍ਰਭੂ ਦੇ ਪਾਕ ਅਤੇ ਪਵਿੱਤਰ ਵਚਨਾਂ ਨੂੰ ਸੁਣਾਉਣ ਲਈ ਜਾ ਰਿਹਾ ਹਾਂ। ਆਓ ਅਸੀਂ ਸਭ ਤੋਂ ਪਹਿਲਾਂ ਪ੍ਰਭੂ ਦੀ ਬਾਣੀ ਸੁਣਾਂਗੇ। ਸੰਤ ਦੀ ਅੰਜੀਲ ਉਹਦਾ 21 ਅਧਿਆਇ 28 ਐਤ ਤੋਂ ਲੈ ਕੇ 32 ਐਤ ਤੱਕ ਮੈਂ ਪੜਾਂਗਾ। ਤੁਹਾਡਾ ਕੀ ਵਿਚਾਰ ਹੈ? ਇੱਕ ਆਦਮੀ ਦੇ 2 ਪੁੱਤਰ ਸਨ। ਉਸਨੇ ਪਹਿਲੇ ਨੂੰ ਜਾ ਕੇ ਕਿਹਾ, ਪੁੱਤਰ ਤੂੰ ਜਾ ਕੇ ਅੰਗੂਰਾਂ ਦੇ ਬਾਗ ਵਿੱਚ ਕੰਮ ਕਰ। ਪਰ ਉਸਨੇ ਪਿਤਾ ਨੂੰ ਉੱਤਰ ਦਿੱਤਾ, ਮੈਂ ਨਹੀਂ ਜਾਵਾਂਗਾ। ਪਰ ਪਿੱਛੋਂ ਉਹ ਆਪਣੇ ਕੀਤੇ ਤੇ ਪਛਤਾਇਆ ਅਤੇ ਅੰਗੂਰਾਂ ਦੇ ਬਾਗ ਵਿੱਚ ਚਲਾ ਗਿਆ। ਫਿਰ ਪਿਤਾ ਦੂਸਰੇ ਪੁੱਤਰ ਕੋਲ ਗਿਆ ਅਤੇ ਉਸ ਨੂੰ ਉਹੀ ਗੱਲ ਕਹੀ। ਦੂਜੇ ਨੇ ਉੱਤਰ ਦਿੱਤਾ, ਹਾਂ ਪਿਤਾ ਜੀ ਮੈਂ ਜਾਵਾਂਗਾ। ਪਰ ਉਹ ਪਿੱਛੋਂ ਨਾ ਗਿਆ। ਦੋਹਾਂ ਪੁੱਤਰਾਂ ਵਿੱਚੋਂ ਕਿਸ ਨੇ ਪਿਤਾ ਦੀ ਇੱਛਾ ਨੂੰ ਪੂਰਾ ਕੀਤਾ? ਉਹਨਾਂ ਨੇ ਉੱਤਰ ਦਿੱਤਾ, ਪਹਿਲੇ ਨੇ। ਯਿਸੂ ਨੇ ਉਹਨਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ, ਟੈਕਸ ਲੈਣ ਵਾਲੇ ਅਤੇ ਵੈਸ਼ਵਾਵਾਂ ਪਰਮੇਸ਼ਰ ਦੇ ਰਾਜ ਵਿੱਚ ਤੁਹਾਡੇ ਤੋਂ ਵੀ ਪਹਿਲਾਂ ਦਾਖਲ ਹੋ ਰਹੀਆਂ ਹਨ। ਕਿਉਂਕਿ ਯਹੋਨਾ ਬਪਤਿਸਮਾ ਦੇਣ ਵਾਲਾ ਤੁਹਾਡੇ ਕੋਲ ਆਇਆ ਅਤੇ ਉਸ ਨੇ ਤੁਹਾਨੂੰ ਠੀਕ ਰਾਹ ਦੱਸਿਆ, ਪਰ ਤੁਸੀਂ ਉਸ ਤੇ ਵਿਸ਼ਵਾਸ ਨਾ ਕੀਤਾ। ਪਰ ਟੈਕਸ ਲੈਣ ਵਾਲਿਆਂ ਅਤੇ ਵੈਸ਼ਵਾਵਾਂ ਨੇ ਉਸ ਤੇ ਵਿਸ਼ਵਾਸ ਕੀਤਾ। ਇੱਥੋਂ ਤੱਕ ਕਿ ਤੁਸੀਂ ਪਿੱਛੋਂ ਵੀ ਦੇਖ ਕੇ ਪਛਤਾਵਾ ਨਾ ਕੀਤਾ ਅਤੇ ਉਸ ਤੇ ਵਿਸ਼ਵਾਸ ਨਾ ਕੀਤਾ। ਇਹ ਪ੍ਰਭੂ ਦੀ ਪਵਿੱਤਰ ਅੰਜੀਲ ਹੈ। ਪ੍ਰਭੂ ਯਿਸੂ ਮਸੀਹ ਦੇ ਵਿੱਚ ਮੇਰੇ ਬਹੁਤ ਹੀ ਪਿਆਰੇ ਭਰਾਓ ਭੈਣੋ ਅਤੇ ਬੱਚਿਓ, ਅੱਜ ਮੈਂ ਤੁਹਾਡੇ ਸਾਹਮਣੇ ਇਸ ਵਿਸ਼ੇ ਤੇ ਗੱਲ ਕਰਨ ਦੇ ਲਈ ਜਾ ਰਿਹਾ ਹਾਂ ਕਿ ਕਨਵਰਸ਼ਨ ਡੋਰ ਟੂ ਗੋਡਸ ਕਿੰਗਡਮ। ਸਾਡੇ ਮਨ ਦਾ ਬਦਲਾਅ ਹੀ ਸਵਰਗ ਵਿੱਚ ਜਾਣ ਦਾ ਇੱਕ ਰਾਹ ਹੈ। ਜਦੋਂ ਅਸੀਂ ਅੱਜ ਦਾ ਇਹ ਪਵਿੱਤਰ ਵਚਨ ਸੁਣਿਆ ਹੈ, ਜੋ ਸੰਤ ਦੀ ਅੰਜੀਲ ਉਹਦਾ 21 ਅਧਿਆਇ ਦੇ ਵਿੱਚੋਂ, ਜੇਕਰ ਅਸੀਂ ਉਹਦਾ ਸਾਰ ਦੇਖੀਏ, ਉਹਦਾ ਨਿਚੋੜ ਦੇਖੀਏ, ਤਾਂ ਸਾਨੂੰ ਇਹ ਪਾਕ ਵਚਨ ਇਸ ਗੱਲ ਨੂੰ ਸਾਨੂੰ ਸਿਖਾਉਂਦਾ ਹੈ ਕਿ ਜੇਕਰ ਕੋਈ ਪਾਪੀ ਪਛਤਾਵਾ ਕਰਦਾ ਹੈ ਤਾਂ ਉਹ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰੇਗਾ। ਪਰੰਤੂ ਜੋ ਆਪਣੇ ਘਮੰਡ ਵਿੱਚ ਮਸੀਹ ਦਾ ਅਪਮਾਨ ਕਰਦਾ ਹੈ, ਉਸ ਨੂੰ ਸਜ਼ਾ ਦਿੱਤੀ ਜਾਵੇਗੀ। ਪ੍ਰਭੂ ਯਿਸੂ ਮਸੀਹ ਆਪਣੇ ਲੋਕਾਂ ਨੂੰ ਆਪਣੀ ਪਾਕ ਬਾਣੀ ਦੇ ਰਾਹੀਂ ਸਿੱਖਿਆ ਦਿੰਦਾ ਹੈ। ਔਰ ਅੱਜ ਵੀ ਪ੍ਰਭੂ ਯਿਸੂ ਮਸੀਹ ਆਪਣੇ ਚੇਲਿਆਂ ਨੂੰ ਇਹ ਰੂਪ ਕਥਾ ਸੁਣਾਉਂਦਾ ਹੈ, ਆਪਣੇ ਉਹਦੇ ਚੇਲਿਆਂ ਦਾ ਧਿਆਨ ਸਵਰਗ ਵਿੱਚ ਪ੍ਰਵੇਸ਼ ਹੋਣ ਦੇ ਬਾਰੇ ਬਣ ਜਾਵੇ। ਪਿਆਰੇ ਭਰਾਓ ਭੈਣੋ, ਕਿਸੇ ਮਹਾਨ ਵਿਅਕਤੀ ਨੇ ਕਿਹਾ ਕਿ ਹਰ ਇੱਕ ਜੋ ਧਰਮੀ ਆਦਮੀ ਹੈ ਉਹਦਾ ਬੀਤ ਗਿਆ ਸਮਾਂ ਹੁੰਦਾ ਹੈ ਅਤੇ ਹਰ ਇੱਕ ਜੋ ਪਾਪੀ ਹੈ ਉਹਦਾ ਇੱਕ ਅੱਛਾ ਭਵਿੱਖ ਵੀ ਬਣ ਜਾਂਦਾ ਹੈ। ਯਾਨੀ ਕਿ ਐਵਰੀ ਸੇਂਟ ਹੈਜ਼ ਏ ਪਾਸਟ ਐਂਡ ਐਵਰੀ ਸਿਨਰ ਹੈਜ਼ ਏ ਫਿਊਚਰ। ਹੁਣ ਸਾਡੇ ਤੇ ਇਹ ਨਿਰਭਰ ਕਰਦਾ ਹੈ ਕਿ ਅਸੀਂ ਆਪਣੇ ਜੀਵਨ ਨੂੰ ਕਿਸ ਤਰ੍ਹਾਂ ਦੇ ਬਣਾਉਣਾ ਹੈ। ਖੁਦਾ ਦੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤਾਂ ਪ੍ਰਭੂ ਨੇ ਬਹੁਤ ਸਾਰੇ ਲੋਕਾਂ ਨੂੰ ਚੁਣਿਆ ਹੈ ਆਪਣੀ ਸੇਵਾ ਦੇ ਲਈ। ਖੁਦਾ ਨੇ ਸਾਨੂੰ ਵੀ ਚੁਣਿਆ ਹੈ ਅਤੇ ਬਹੁਤ ਸਾਰੇ ਲੋਕਾਂ ਨੇ ਪਰਮੇਸ਼ਰ ਦੀਆਂ ਗੱਲਾਂ ਨੂੰ ਸੁਣਿਆ ਅਤੇ ਉਹਦੇ ਅਨੁਸਾਰ ਜੀਵਨ ਗੁਜ਼ਾਰਨ ਦੇ ਲਈ ਕੋਸ਼ਿਸ਼ ਕੀਤੀ ਹੈ, ਯਾਨੀ ਕਿ ਪਰਮੇਸ਼ਰ ਦੀਆਂ ਗੱਲਾਂ ਉੱਤੇ ਧਿਆਨ ਦਿੱਤਾ ਹੈ। ਪਰ ਉਹਦੇ ਉਲਟ ਵੀ ਬਹੁਤ ਸਾਰੇ ਲੋਕ ਹਨ ਜੋ ਪਰਮੇਸ਼ਰ ਦੀਆਂ ਗੱਲਾਂ ਉੱਤੇ ਧਿਆਨ ਨਹੀਂ ਕਰਦੇ। ਜੇਕਰ ਅਸੀਂ ਪਵਿੱਤਰ ਬਾਣੀ ਨੂੰ ਪੜ੍ਹਦੇ ਹਾਂ, ਜੋ ਅੱਜ ਦਾ ਵਚਨ ਵੀ ਅਸੀਂ ਸੁਣਿਆ ਹੈ ਕਿ ਪ੍ਰਭੂ ਯਿਸੂ ਮਸੀਹ ਆਖਦੇ ਹਨ ਕਿ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਟੈਕਸ ਲੈਣ ਵਾਲੇ ਅਤੇ ਵੈਸ਼ਵਾਵਾਂ ਪਰਮੇਸ਼ਰ ਦੇ ਰਾਜ ਵਿੱਚ ਸਭ ਤੋਂ ਵੀ ਪਹਿਲਾਂ ਦਾਖਲ ਹੋ ਰਹੀਆਂ ਹਨ। ਜੋ ਲੋਕ ਟੈਕਸ ਲੈਣ ਵਾਲੇ ਸਨ, ਜੋ ਲੋਕ ਪਾਪੀ ਸਨ, ਪ੍ਰਭੂ ਜੀ ਉਹਨਾਂ ਦੀ ਉਦਾਹਰਨ ਦਿੰਦਾ ਹੈ ਕਿ ਜੋ ਆਪਣੇ ਮਨ ਦਾ ਪਛਤਾਵਾ ਕਰਦੇ ਹਨ, ਖੁਦਾ ਨੇ ਉਹਨਾਂ ਦੇ ਲਈ ਰਾਹ ਬਣਾਇਆ ਹੈ। ਤੁਹਾਨੂੰ ਯਾਦ ਹੋਵੇਗਾ, ਤੁਸੀਂ ਪਵਿੱਤਰ ਬਾਈਬਲ ਪੜ੍ਹੀ ਹੈ
ਜਦੋਂ ਪ੍ਰਭੂ ਯਿਸੂ ਮਸੀਹ ਨੂੰ ਸਲੀਬ ਉੱਤੇ ਚੜਾਇਆ ਗਿਆ ਤੇ ਪ੍ਰਭੂ ਯਿਸੂ ਮਸੀਹ ਦੇ ਸੱਜੇ ਤੇ ਖੱਬੇ ਪਾਸੇ ਦੋ ਡਾਕੂਆਂ ਨੂੰ ਵੀ ਸਲੀਬ ਉੱਤੇ ਚੜਾਇਆ ਗਿਆ ਸੀ। ਉਹਨਾਂ ਦੇ ਵਿੱਚੋਂ ਇੱਕ ਡਾਕੂ ਕਹਿੰਦਾ ਹੈ ਕਿ ਪ੍ਰਭੂ ਜੀ, ਜਦੋਂ ਤੁਸੀਂ ਆਪਣੇ ਸਵਰਗ ਰਾਜ ਦੇ ਵਿੱਚ ਹੋਵੋ ਤਾਂ ਮੈਨੂੰ ਯਾਦ ਕਰਨਾ। ਉਹ ਆਪਣੀਆਂ ਗਲਤੀਆਂ ਦਾ, ਆਪਣੇ ਗੁਨਾਹਾਂ ਦਾ ਪ੍ਰਭੂ ਦੇ ਸਾਹਮਣੇ ਪਛਤਾਵਾ ਕਰਦਾ ਹੈ। ਕਹਿੰਦਾ ਕਿ ਪ੍ਰਭੂ ਜੀ, ਮੈਂ ਤਾਂ ਬਹੁਤ ਵੱਡਾ ਪਾਪੀ ਹਾਂ, ਮੈਂ ਗੁਨਾਹ ਕੀਤਾ, ਉਹਦੀ ਸਜ਼ਾ ਮੈਨੂੰ ਮਿਲ ਰਹੀ ਹੈ, ਲੇਕਿਨ ਮੈਂ ਪਛਤਾਉਂਦਾ ਹਾਂ। ਤੇ ਪ੍ਰਭੂ ਯਿਸੂ ਮਸੀਹ ਨੇ ਉਸਨੇ ਕਿਹਾ ਕਿ ਤੂੰ ਮੇਰੇ ਨਾਲ ਅੱਜ ਹੀ ਸਵਰਗ ਰਾਜ ਦੇ ਵਿੱਚ ਹੋਵੇਂਗਾ। ਸੱਚਮੁੱਚ ਪ੍ਰਭੂ ਯਿਸੂ ਮਸੀਹ ਮਨ ਦੇ ਬਦਲਾਅ ਦੇ ਲਈ ਮੌਕਾ ਦਿੰਦਾ ਹੈ। ਜੋ ਲੋਕ ਇਸ ਮੌਕੇ ਨੂੰ ਉਹਦਾ ਫਾਇਦਾ ਉਠਾਉਂਦੇ ਹਨ ਤੇ ਪਿਆਰੇ ਭਰਾਓ ਤੇ ਭੈਣੋ, ਉਹਨਾਂ ਦੇ ਲਈ ਸਵਰਗ ਰਾਜ ਸਭ ਤੋਂ ਜੋ ਪ੍ਰਭੂ ਨੇ ਜਗ੍ਹਾ ਬਣਾਈ ਹੈ ਉਹਦੇ ਵਿੱਚ ਅਸੀਂ ਪ੍ਰਵੇਸ਼ ਹੋ ਸਕਦੇ ਹਾਂ। ਔਰ ਅੱਜ ਅਸੀਂ ਦੋ ਕਿਸਮ ਦੇ ਲੋਕਾਂ ਦੇ ਬਾਰੇ ਸੁਣਿਆ ਹੈ। ਪਹਿਲਾ ਦੱਸਿਆ ਹੈ ਕਿ ਜੋ ਆਦਮੀ ਹੈ, ਜੋ ਬਾਪ ਹੈ, ਆਪਣੇ ਦੋਨਾਂ ਪੁੱਤਰਾਂ ਨੂੰ ਜਾ ਕੇ ਪੁੱਛਦਾ ਹੈ। ਕੀ ਕਹਿੰਦਾ ਹੈ ਕਿ ਕਹਿੰਦਾ ਤੂੰ ਜਾ ਕੇ ਅੰਗੂਰੀ ਬਾਗ ਦੇ ਵਿੱਚ ਕੰਮ ਕਰ। ਵੱਡੇ ਪੁੱਤਰ ਨੂੰ ਜਾ ਕੇ ਕਹਿੰਦਾ ਹੈ ਕਿ ਤੂੰ ਅੰਗੂਰਾਂ ਦੇ ਬਾਗ ਵਿੱਚ ਕੰਮ ਕਰ, ਪਰ ਉਸਨੇ ਪਿਤਾ ਨੂੰ ਉੱਤਰ ਦਿੱਤਾ, ਮੈਂ ਨਹੀਂ ਜਾਵਾਂਗਾ। ਪਰ ਪਿੱਛੋਂ ਉਹ ਆਪਣੇ ਕੀਤੇ ਤੇ ਪਛਤਾਇਆ ਅਤੇ ਅੰਗੂਰਾਂ ਦੇ ਬਾਗ ਵਿੱਚ ਚਲਾ ਗਿਆ। ਅਤੇ ਦੂਸਰੇ ਨੂੰ ਪੁੱਛਿਆ, ਤੇ ਤੂੰ ਜਾ ਬਾਗ ਵਿੱਚ ਜਾ ਕੇ ਕੰਮ ਕਰ। तो उसने हाँ की पर पिछों ना गया। तो दो किस्म के लोग हैं। पहले ने क्या मैं नहीं जावांगा, फिर चला गया। दूसरे क्या मैं जावांगा पर वो नहीं गया। तो असी खुदा दी बाणी नूं किस प्रकार लेना है, असी मनना है या नहीं मनना, ये साडे ते निर्भर करता है। अज दी पाक अंजील जो सानू ये वचन सुकारी है, एक समझदार इंसान बनना अपने जीवन दे विच। खुदा दी बाणी विच लिखिया है कि कोई भी इंसान पूर्ण नहीं है, कोई भी पूर्ण नहीं है। असी सारे पूर्ण बनने की कोशिश कर रहे हाँ अपने जीवन दे विच। खुदा ने सानू चुनिया है अपनी सेवा दे लई। असल विच सही अते समझदार वो व्यक्ति मनिया जाता है जो सही काम करे अते दूजियां नूं भी सही काम करन दे विच उन्हां दी मदद करे। जो लोग सही राह ते चलते हैं वो लोगों नूं सुणाउंदे हैं कि तुसीं भी सही राह ते चलो, पर सही राह दस्सण वाले नूं बहुत सारिया मुश्किलों का सामना करना पैंदा है। अपने ईमान विच मजबूत रहना भैणों ते भराओ ये साडे लई बहुत जरूरी है। अपना एक कैथलिक ईमान हमेशा असी अपने ईमान दे विच मजबूत रहिए, जो रसूली कलीसिया सानूं सिखाउंदी है। उहदियां सिੱਖਿਆਵਾਂ नूं अपने जीवन विच मनना है अते धारण करना है। सानूं हमेशा खुदा दे काम करन दे लई तैयार बर तैयार रहना चाहिए है, बल्कि खुदा दे हुक्मां दी कदी भी उलंघना नहीं करनी चाहिए। हमेशा खुदा दे हुक्मां नूं मनना है। प्रभु ने कहा है सब तो पहला तुसीं स्वर्ग राज की खोज करो, बाकी सारिया चीज़ां सानूं आप मिल जाणगियां। प्रभु ने किवें प्यार करना है, प्रभु ने पूरे अपने दिल, पूरे प्राण, पूरी शक्ति दे नाल प्यार करना है। और फिर प्रभु जी कहते हैं ये गल्लां अपने बच्चों नूं भी सिखाओ, अपने बच्चों नूं भी कहो प्रभु दे बारे सीखना है, प्रभु महान है। असीं अपने मन नूं बदलना अते आध्यात्मिक जीवन नूं अगे वधण दे लई कोशिश करना है। आध्यात्मिक जीवन विच अगे वधण लई चाहवान होना है साडे लई बहुत जरूरी है। साडी स्पिरिचुअल लाइफ किस तरह की है, तो साडी जो परिवारिक जिंदगी किस तरह की है, इस दे बारे असी कोशिश करनी है। मसीह की सिक्ख्या नूं अपने जीवन च धारण करने की कोशिश करिए। मसीह की सिक्ख्या नूं आवर एटीट्यूड मस्ट बी दैट ऑफ क्राइस्ट हु एम्प्टीड हिमसेल्फ सेइंग यस टू गॉड इवन अनटू डेथ ऑन द क्रॉस। प्रभु यीशु मसीह ने अपने आप नूं खाली कर दिता, एक सेवक का रूप धार लिया, पूर्ण मनुख बनिया। सानू प्रभु यीशु मसीह ने अपना जीवन दे दिता है। ए खुदा मैं अपनी रूह नूं तेरे हत्थां विच सौंप दिंदा हां। प्रभु यीशु ने कहा ये खुदा दी मर्जी है। प्रभु यीशु मसीह साडे लई एक बहुत बड़ी उदाहरण पेश करता है किवें असीं एक इंसान बन के अपने जीवन को गुजारना है। साडा जीवन ही दूजियां लई एक मिसाल बन जाए, एक सही इंसान बन जाइए अपने जीवन दे विच। और अज दी पाक अंजील दा भी संदेश यही है। खुदा सानू सारिਆਂ ਨੂੰ अपने कोल बुला रहा है। प्रभु बुला रहा है सानू अपने कोल, कहता है तुसी मेरे कोल आओ,
ਸਿੱਖੋ, ਮੈਂ ਦਿਲ ਦਾ ਨਰਮ ਅਤੇ ਆਤਮਾ ਦਾ ਦੀਨ ਹਾਂ। ਕਈ ਵਾਰ ਅਸੀਂ ਨਹੀਂ ਜਾਣਦੇ ਅਸੀਂ ਕਿਵੇਂ ਜੀਵਨ ਗੁਜ਼ਾਰਨਾ ਹੈ, ਪਰ ਪ੍ਰਭੂ ਜੀ ਪਾਕ ਬਾਣੀ ਦੇ ਰਾਹੀਂ ਇਹ ਸਾਨੂੰ ਜੀਵਨ ਗੁਜ਼ਾਰਨ ਦੇ ਲਈ ਸਿੱਖਿਆ ਦਿੰਦੇ ਹਨ। ਅਸੀਂ ਆਪਣੇ ਜੀਵਨ ਦੇ ਸਹੀ ਰਸਤੇ ਉੱਤੇ ਚੱਲਣ ਦੇ ਲਈ ਕੋਸ਼ਿਸ਼ ਕਰੀਏ। ਇਸ ਦਾ ਮਤਲਬ ਹੋਇਆ ਕਿ ਅਸੀਂ ਸਵਰਗ ਦੇ ਰਾਹਾਂ ਉੱਤੇ ਚੱਲਣਾ ਹੈ। ਪ੍ਰਭੂ ਹੀ ਰਾਹ ਹੈ, ਪ੍ਰਭੂ ਹੀ ਸੱਤ ਹੈ, ਪ੍ਰਭੂ ਹੀ ਜੀਵਨ ਹੈ। ਜਦੋਂ ਅਸੀਂ ਅਬਰਾਨੀਆਂ ਦੇ ਪੱਤਰ ਪੜ੍ਹੀਏ, ਖੁਦਾ ਦੀ ਬਾਣੀ ਵਿੱਚ ਲਿਖਿਆ ਹੈ ਕਿ ਪ੍ਰਭੂ ਯਿਸੂ ਮਸੀਹ ਖੁਦਾ ਬਾਪ ਦੀ ਮਰਜ਼ੀ ਨੂੰ ਪੂਰਾ ਕਰਦੇ ਹਨ। ਅਬਰਾਨੀਆਂ ਦੇ ਪੱਤਰ ਉਹਦਾ 10 ਅਧਿਆਇ ਉਹਦੀ 10 ਆਇਤ ਵਿੱਚ ਵਚਨ ਲਿਖਿਆ ਹੈ ਕਿ ਇਸ ਤਰ੍ਹਾਂ ਮਸੀਹ ਨੇ ਉਹੀ ਕੀਤਾ ਜੋ ਪਰਮੇਸ਼ਰ ਉਸ ਤੋਂ ਚਾਹੁੰਦਾ ਸੀ, ਅਰਥਾਤ ਆਪਣੇ ਸਰੀਰ ਦੀ ਕੁਰਬਾਨੀ ਇੱਕ ਹੀ ਵਾਰ ਦੇ ਦਿੱਤੀ। ਇਸ ਦੇ ਦੁਆਰਾ ਅਸੀਂ ਸ਼ੁੱਧ ਕੀਤੇ ਗਏ ਹਾਂ। ਪ੍ਰਭੂ ਨੇ ਸਾਡੇ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ ਹੈ, ਮੇਰੇ ਲਈ, ਤੁਹਾਡੇ ਲਈ। ਅੱਜ ਮਸੀਹ ਬਣਨਾ, ਬਪਤਿਸਮਾ ਲੈਣਾ ਕਾਫੀ ਨਹੀਂ ਹੈ ਭੈਣੇ ਤੇ ਭਰਾਓ। ਪ੍ਰਭੂ ਦੇ ਵਾਂਗੂ ਜੀਵਨ ਗੁਜ਼ਾਰਨਾ ਹੈ ਸਾਡੇ ਜੀਵਨ ਦੇ ਵਿੱਚ। ਇੱਕ ਅੱਛਾ ਮਸੀਹ, ਇੱਕ ਅੱਛਾ ਈਸਾਈ ਉਹ ਵਿਅਕਤੀ ਹੈ ਜੋ ਪ੍ਰਭੂ ਯਿਸੂ ਮਸੀਹ ਦੀ ਸਿੱਖਿਆ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਕੇ ਉਸ ਅਨੁਸਾਰ ਜੀਵਨ ਗੁਜ਼ਾਰ ਰਿਹਾ ਹੈ। ਬਹੁਤ ਸਾਰੀਆਂ ਕੁਰਬਾਨੀਆਂ ਦੇਣੀਆਂ ਪੈਂਦੀਆਂ ਹਨ, ਬਹੁਤ ਸਾਰੀਆਂ ਆਪਣੀਆਂ ਸੰਸਾਰਿਕ ਇੱਛਾਵਾਂ ਨੂੰ ਛੱਡਣਾ ਪੈਂਦਾ ਹੈ, ਫਿਰ ਇੱਕ ਚੰਗਾ ਈਸਾਈ ਬਣ ਕੇ ਲੋਕਾਂ ਦੇ ਲਈ ਇੱਕ ਅੱਛੀ ਮਿਸਾਲ ਬਣ ਜਾਵੇਗਾ। ਜਦੋਂ ਅਸੀਂ ਖੁਦਾ ਦੀ ਬਾਣੀ ਪੜ੍ਹਦੇ ਹਾਂ, ਸੰਤ ਮਤੀ ਦੀ ਅੰਜੀਲ ਉਹਦਾ 20 ਅਧਿਆਇ 28 ਆਇਤ ਵਿੱਚ ਵਚਨ ਲਿਖਿਆ ਹੈ ਕਿ ਮਨੁੱਖ ਦਾ ਪੁੱਤਰ ਸੇਵਾ ਕਰਾਉਣ ਲਈ ਨਹੀਂ ਸਗੋਂ ਸੇਵਾ ਕਰਨ ਦੇ ਲਈ ਆਇਆ ਹੈ। ਸੰਤ ਮਤੀ ਦੀ ਅੰਜੀਲ ਉਹਦਾ 20 ਅਧਿਆਇ ਉਹੀ 28 ਆਇਤ ਵਿੱਚ ਵਚਨ ਲਿਖਿਆ, ਮਨੁੱਖ ਦਾ ਪੁੱਤਰ ਵੀ ਇਸ ਤਰ੍ਹਾਂ ਸੇਵਾ ਕਰਾਉਣ ਲਈ ਨਹੀਂ ਆਇਆ, ਉਹ ਸੇਵਾ ਕਰਨ ਅਤੇ ਬਹੁਤਿਆਂ ਲੋਕਾਂ ਦੇ ਮੁਕਤੀ ਦਾ ਮੁੱਲ ਚੁਕਾਉਣ ਲਈ ਆਪਣੀ ਜਾਨ ਦੇਣ ਦੇ ਲਈ ਆਇਆ ਹੈ। ਹਾਲੇਲੂਇਆ। तो प्रभु यीशु मसीह साडे ਲਈ ਆਪਣਾ ਜੀਵਨ ਦੇਣ ਦੇ ਲਈ ਆਇਆ ਹੈ। खुदा बाप ਸਾਨੂੰ ਚਾਹੁੰਦਾ ਹੈ ਕਿ ਅਸੀਂ ਪ੍ਰਭੂ ਦੀ ਜੀਵਨ ਗੁਜ਼ਾਰੀਏ, ਉਹਦੇ ਵਚਨਾਂ ਤੋਂ ਸਿੱਖਣਾ ਹੈ। ਸਾਡਾ ਪੂਰਨ ਜੀਵਨ ਪ੍ਰਭੂ ਤੋਂ ਹੀ ਸਾਨੂੰ ਪ੍ਰਾਪਤ ਹੋ ਸਕਦਾ ਹੈ। ਇੱਕ ਸਹੀ ਜੀਵਨ ਸਾਡੀ ਇੱਕ ਦੂਸਰੇ ਦੇ ਲਈ ਇੱਕ ਮਿਸਾਲ ਬਣ ਜਾਵੇਗਾ। ਇਸ ਸਾਰੇ ਧਰਮ ਦੇ ਬਹੁਤ ਸਾਰੇ ਸੰਤਨੀਆਂ ਹੋਏ ਹਨ। ਪਾਕ ਕੈਥੋਲਿਕ ਕਲੀਸਿਆ ਦੇ ਵਿੱਚ ਜਦੋਂ ਅਸੀਂ ਦੇਖੀਏ, ਮੈਂ ਤੁਹਾਨੂੰ ਥੋੜ੍ਹੀ ਦੱਸਣਾ ਚਾਹਾਂਗਾ ਸੰਤ ਸਸੀਲੀਆ ਦੇ ਬਾਰੇ। ਸੰਤਨੀ ਸਸੀਲੀਆ ਦੱਸਿਆ ਜਾਂਦਾ ਹੈ, ਸੰਤ ਸਸੀਲੀਆ ਜਿਨ੍ਹਾਂ ਦਾ ਜਨਮ 230 ਈਸਵੀ ਦੇ ਵਿੱਚ ਹੋਇਆ ਰੋਮ ਦੇ ਵਿੱਚ, ਅਤੇ 22 ਨਵੰਬਰ ਨੂੰ ਉਹਨਾਂ ਦੀ ਈਦ ਮਨਾਈ ਜਾਂਦੀ ਹੈ। ਦੱਸਿਆ ਜਾਂਦਾ ਹੈ ਕਿ ਉਹ ਇੱਕ ਸ਼ਾਹੀ ਪਰਿਵਾਰ ਦੇ ਵਿੱਚ ਪੈਦਾ ਹੋਈ ਸੀ ਅਤੇ ਉਹਦੀ ਸ਼ਾਦੀ ਵੀ ਹੋ ਚੁੱਕੀ ਸੀ। ਲੇਕਿਨ ਸੰਤਨੀ ਸਸੀਲੀਆ ਕੀ ਕਰਦੀ ਹੈ ਕਿ ਪ੍ਰਭੂ ਨੂੰ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਹੈ। ਉਹਨੇ ਇੱਕ ਪਰਿਵਾਰਿਕ ਜ਼ਿੰਦਗੀ ਨਹੀਂ ਗੁਜ਼ਾਰੀ। ਉਸਨੇ ਕਿਹਾ ਕਿ ਨਹੀਂ, ਪ੍ਰਭੂ ਜੀ ਮੇਰੇ ਜੀਵਨ ਵਿੱਚ ਹੈ, ਮੈਂ ਪਾਕ ਅਤੇ ਪਵਿੱਤਰ ਰਹਿ ਕੇ ਪ੍ਰਭੂ ਦਾ ਸ਼ੁਭ ਸਮਾਚਾਰ ਸੁਣਾਉਣਾ ਹੈ। ਅਤੇ ਬਾਅਦ ਵਿੱਚ ਉਹਨੂੰ ਮਾਰ ਦਿੱਤਾ ਗਿਆ। ਪਿਆਰੇ ਭਰਾਓ ਤੇ ਭੈਣੋ, ਹਮੇਸ਼ਾ ਬਹੁਤ ਸਾਰੇ ਇਹੋ ਜਿਹੇ ਸੰਤਨੀਆਂ ਹੋਏ ਹਨ ਜਿਨ੍ਹਾਂ ਨੇ ਪ੍ਰਭੂ ਦੀ ਖਾਤਰ ਆਪਣੇ ਜੀਵਨ ਕੁਰਬਾਨ ਦੇ ਲਈ ਤਿਆਰ ਹੋ ਗਏ। ਔਰ ਇੱਕ ਹੋਰ ਮਹਾਨ ਸੰਤ ਜਿਹਦੀ ਈਦ ਜਾਂ ਸਤੰਬਰ ਮਹੀਨੇ ਦੇ ਵਿੱਚ ਆਉਂਦੀ ਹੈ, 27 ਸਤੰਬਰ ਨੂੰ ਅਸੀਂ ਮਨਾਉਂਦੇ ਹਾਂ, ਜਿਨ੍ਹਾਂ ਦਾ ਜਨਮ ਜੋ ਕਿ 24 ਅਪ੍ਰੈਲ 1581 ਦੇ ਵਿੱਚ ਹੋਇਆ ਸੀ। ਉਹ ਸੰਤ ਹਨ ਸੰਤ ਵਿੰਸੈਂਟ ਡੀ ਪੌਲ। ਅਤੇ ਸੰਤ ਵਿੰਸੈਂਟ ਡੀ ਪੌਲ ਸੁਸਾਇਟੀ ਬਹੁਤ ਜੋ ਪ੍ਰਚਲਿਤ ਹੈ ਸਾਡੀ ਜੋ ਪਾਕ ਕੈਥੋਲਿਕ ਕਲੀਸਿਆ ਦੇ ਵਿੱਚ। ਬਹੁਤ ਸਾਰੀਆਂ ਜੋ ਸੰਸਥਾਵਾਂ ਬਣਾਈਆਂ ਗਈਆਂ ਹਨ। ਦੱਸਿਆ ਜਾਂਦਾ ਹੈ ਕਿ ਉਹਨਾਂ ਨੇ ਆਪਣਾ ਸੰਪੂਰਨ ਜੀਵਨ ਗਰੀਬਾਂ ਦੀ ਮਦਦ ਕਰਨ ਦੇ ਲਈ ਸੌਂਪ ਦਿੱਤਾ, ਕੁਰਬਾਨ ਕਰ ਦਿੱਤਾ। ਆਓ ਅਸੀਂ ਆਪਣੇ ਜੀਵਨ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਵਚਨਾਂ ਨੂੰ ਧਾਰਨ ਕਰੀਏ। ਸਾਡੀ ਇੱਕ ਈਸਾਈ ਜ਼ਿੰਦਗੀ ਸੱਚਮੁੱਚ ਹੀ ਜੋ ਕਿ ਇੱਕ ਬਹੁਤ ਅੱਛੀ ਹੈ। ਖੁਦਾ ਨੇ ਸਾਨੂੰ ਬੁਲਾਇਆ ਹੈ। ਸਾਨੂੰ ਪ੍ਰਭੂ ਨੇ ਬਹੁਤ ਸਾਰੇ ਸੰਤਨੀਆਂ ਦਿੱਤੇ ਹਨ, ਉਹਨਾਂ ਦੇ ਵੱਲ ਅਸੀਂ ਦੇਖਣਾ ਹੈ। ਹਮੇਸ਼ਾ ਉਹ ਸਾਡੇ ਲਈ ਸਿਫਾਰਿਸ਼ ਕਰਦੇ ਹਨ। ਅਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਕਿ ਸਾਡੇ ਮਨ ਦਾ ਬਦਲਾਅ ਹੀ ਸਾਨੂੰ ਸਵਰਗ ਵਿੱਚ ਲੈ ਕੇ ਜਾ ਸਕਦਾ ਹੈ। ਅਸੀਂ ਆਪਣੇ ਮਨ ਨੂੰ ਬਦਲਣਾ ਹੈ ਔਰ ਪ੍ਰਭੂ ਦੇ ਪਾਕ ਵਚਨਾਂ ਨੂੰ ਸੁਣਨਾ ਹੈ। ਜੇ ਪ੍ਰਭੂ ਸਾਨੂੰ ਕੁਝ ਕਹਿੰਦਾ ਹੈ, ਉਹਦੀ ਆਵਾਜ਼ ਨੂੰ ਸੁਣਨਾ ਹੈ। ਕਹਿਣਾ ਹੈ, ਬੋਲ ਪ੍ਰਭੂ, ਤੇਰਾ ਦਾਸ ਸੁਣ ਰਿਹਾ ਹੈ। ਤੇ ਇਸ ਲਈ ਆਓ ਖੁਦਾ ਤੁਹਾਨੂੰ ਇਹਨਾਂ ਸੁਣੇ ਵਚਨਾਂ ਦੇ ਰਾਹੀਂ, ਪੜ੍ਹਨ ਦੇ ਰਾਹੀਂ ਬਹੁਤ ਸਾਰੀ ਆਸ਼ੀਸ਼ ਅਤੇ ਬਰਕਤ ਦੇ ਦੇਵੇ। ਸਾਰਿਆਂ ਨੂੰ ਜੈ ਯਿਸੂ ਮਸੀਹ ਦੀ। ਬਾਪ, ਬੇਟਾ ਅਤੇ ਰੂਹ ਪਾਕ ਦੇ ਨਾਮ ਤੇ ਆਮੀਨ।